ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਤੁਹਾਡੇ ਅੱਗੇ ਫੇਰ ਇੱਕ ਵੀਡੀਓ ਲੈ ਕੇ ਆਏ ਹਾਂ, ਜਿਹੜੇ ਕਿ ਅਗੇਨ ਇੱਕ ਸਟੂਡੈਂਟ ਦੀ ਡਿਮਾਂਡ ਦੇ ਉੱਤੇ ਹੀ ਬਣਾਈ ਜਾ ਰਹੀ ਹੈ। ਤਾਂ ਜਦੋਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਕਿ ਕੁਝ ਟੈਕਨੀਕਲ ਯਾਨੀ ਕਿ ਆਈਟੀ ਦੇ ਨਾਲ ਰਿਲੇਟਡ ਸਟੂਡੈਂਟਸ ਹੈ, ਉਹ ਉਹਨਾਂ ਲਈ ਕੋਰਸਿਸ ਹੈਗੇ ਹੈ। ਤਾਂ ਸਾਡੇ ਕੋਲ ਕੁਝ ਫਰਮਾਇਸ਼ਾਂ ਆਈਆਂ, ਸਟੂਡੈਂਟਸ ਦੱਸ ਰਹੇ ਨੇ ਜੀ ਜਿਨ੍ਹਾਂ ਨੇ ਬੀਏ ਕੀਤੀ ਹੋਈ ਹੈ ਜਾਂ ਸਿਰਫ +2 ਹੀ ਕੀਤੀ ਹੋਈ ਹੈ, ਉਹ ਅਗਰ ਜਾਣਾ ਚਾਹਣ ਤਾਂ ਉਹਨਾਂ ਲਈ ਬੈਸਟ ਸੂਟੇਬਲ ਕੋਰਸਿਸ ਕਿਹੜੇ ਹੈਗੇ ਜੀ ਕੋਨੈਸਟੋਗਾ ਕਾਲਜ ਦੇ ਵਿੱਚ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਹੈਪੀ ਨਿਊ ਈਅਰ ਵਿਸ਼ ਕਰਨਾ ਚਾਹੁੰਦਾ ਜੀ ਸਭ ਨੂੰ। ਐਂਡ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਵੱਲੋਂ ਇਹ ਫ੍ਰੀ ਸਰਵਿਸ ਦਿੱਤੀ ਜਾਏਗੀ। ਤੁਹਾਨੂੰ ਕੋਈ ਵੀ ਗਾਈਡਲਾਈਨ ਚਾਹੀਦੀ ਹੈ ਰਿਗਾਰਡਿੰਗ ਸਿਲੈਕਟਿੰਗ ਯੋਰ ਕੋਰਸ, ਅਸੀਂ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਦੇ ਹਾਂ ਜੀ। ਕਿਉਂਕਿ ਸਾਨੂੰ ਪਤਾ ਹੈ ਲੇਟਰ ਔਨ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਸਟੂਡੈਂਟਸ ਹੈ ਇੱਥੋਂ ਜਾਂਦੇ ਹੈ ਪੰਜਾਬ ਦੇ ਵਿੱਚੋਂ, ਉਹ ਬਾਹਰ ਜਾ ਕੇ ਉੱਥੇ ਜਾ ਕੇ ਜਦੋਂ ਕੋਰਸ ਨੂੰ ਕਰ ਨਹੀਂ ਪਾਉਂਦੇ, ਸਾਨੂੰ ਕਹਿੰਦੇ ਸਰ ਸਾਨੂੰ ਤਾਂ ਜੀ ਫਸਾਤਾ ਕੰਸਲਟੈਂਟ ਨੇ, ਸੌਖੇ ਕੰਮ 'ਚ ਕਹਿੰਦਾ ਫੀਸ ਘੱਟ ਹੈ, ਇਹ ਹੈ ਉਹ ਹੈ। ਔਰ ਬਾਅਦ ਚੋਂ ਹੁਣ ਸਾਨੂੰ ਜੀ ਅਸਾਈਨਮੈਂਟਾਂ ਕਰਨ 'ਚ ਦਿੱਕਤ ਆਉਂਦੀ ਹੈ ਜੀ, ਕੋਰਸ ਸਮਝਣ 'ਚ ਦਿੱਕਤ ਆਉਂਦੀ ਹੈ ਜੀ, ਸਾਡਾ ਆਹ ਲੈਵਲ ਹੈ ਨਹੀਂ ਸੀ ਜੀ, ਸਾਨੂੰ ਧੱਕੇ ਨਾਲ ਕਰਾਤਾ। ਕੋਈ ਕਹਿੰਦਾ ਜੀ ਮੈਂ ਤਾਂ ਜੀ ਆਰਟਸ ਵਾਲਾ ਸਟੂਡੈਂਟ ਸੀ, ਮੈਨੂੰ ਜੀ ਨਾਨ ਮੈਡੀਕਲ ਵਾਲੇ ਸਬਜੈਕਟ 'ਚ ਆਈ ਜਾਂਦੇ, ਮੈਨੂੰ ਨਹੀਂ ਸਮਝ ਆ ਰਿਹਾ, ਬੜਾ ਔਖਾ ਕੰਮ ਹੈ। ਇਸ ਕਰਕੇ ਅਸੀਂ ਸਾਡਾ ਮੇਨ ਮੁੱਦਾ ਇਹੀ ਹੈ ਕਿ ਆਪਣਾ ਜੋ ਕੋਰਸ ਚੂਜ਼ ਕਰਨਾ ਉਹ ਬਹੁਤ ਹੀ ਧਿਆਨ ਨਾਲ ਤੁਸੀਂ ਚੂਜ਼ ਕਰਨਾ, ਕਿਉਂਕਿ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਕੱਲ੍ਹ ਨੂੰ ਤੁਸੀਂ ਕੋਰਸ ਕੰਪਲੀਟ ਕਰਨ ਤੋਂ ਬਾਅਦ ਉੱਥੇ ਕੁਝ ਕੰਮ ਵੀ ਕਰਨਾ ਹੈ, ਯਾਨੀ ਕਿ ਉਸੇ ਕੋਰਸ ਦੇ ਬੇਸ 'ਤੇ ਤੁਸੀਂ ਕੋਈ ਨੌਕਰੀ ਵੀ ਕਰਨੀ ਹੈ। ਅਤੇ ਇਹ ਕੈਨੇਡਾ ਹੈ ਜੀ, ਇੱਥੇ ਜੋ ਕੋਰਸ ਕੀਤਾ ਉਸੇ ਰਿਗਾਰਡਿੰਗ ਹੀ ਨੌਕਰੀ ਮਿਲਦੀ ਹੈ। ਜੇ ਤੁਸੀਂ ਉੱਥੇ ਦੀ ਪੜ੍ਹਾਈ ਕੀਤੀ ਹੈ ਅਤੇ ਉਹਦੇ ਨਾਲ ਰਲਦਾ ਜੁਲਦਾ ਕੋਈ ਜੌਬ ਕਰਦੇ ਹੋ ਤਾਂ ਤੁਹਾਨੂੰ ਜਲਦੀ ਪ੍ਰੈਫਰੈਂਸ ਮਿਲੇਗੀ, ਨਹੀਂ ਤਾਂ ਜੀ ਬੇਰੀਆਂ ਤਾਂ ਜਦੋਂ ਮਰਜ਼ੀ ਤੋੜ ਲਓ। ਠੀਕ ਹੈ ਜੀ, ਆਪਾਂ ਸਟਾਰਟ ਕਰਦੇ ਹਾਂ ਆਪਣੇ ਵੀਡੀਓ ਨੂੰ। ਅੱਜ ਦਾ ਜੋ ਟੌਪਿਕ ਹੈ ਦੈਟ ਇਜ਼ ਇਹਦੇ ਵਿੱਚ ਆਪਾਂ ਪ੍ਰੋਗਰਾਮ ਪਿਕ ਕੀਤਾ, ਦਿਸ ਇਜ਼ ਆਫਿਸ ਐਡਮਿਨਿਸਟ੍ਰੇਸ਼ਨ ਜਨਰਲ। ਕਿਚਨਰ ਦੂਨ ਦੇ ਵਿੱਚ ਇਹ ਅਵੇਲੇਬਲ ਹੈਗਾ ਜੀ ਕੋਰਸ, ਜਨਵਰੀ 2021 ਇਨਟੇਕ ਦੇ ਵਿੱਚ। ਫੁੱਲ ਟਾਈਮ ਕੋਰਸ ਹੈ, 1 ਸਾਲ ਦੀ ਡਿਊਰੇਸ਼ਨ ਹੈ, ਓਨਟਾਰੀਓ ਕਾਲਜ ਸਰਟੀਫਿਕੇਟ ਮਿਲੇਗਾ ਜੀ। ਹੈ ਕੀ ਹੈ ਇਸ ਕੋਰਸ ਦੇ ਵਿੱਚ, ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋ ਗਿਆ ਹੋਣਾ ਜੀ, ਆਫਿਸ ਐਡਮਿਨਿਸਟ੍ਰੇਸ਼ਨ ਜਨਰਲ। ਤਾਂ ਜਿੰਨੇ ਵੀ ਆਫਿਸਿਸ ਹੈਗੇ ਨੇ ਕੈਨੇਡਾ ਦੇ ਵਿੱਚ, ਕੋਈ ਵੀ ਕੰਪਨੀ ਦਾ ਤਾਂ ਉਹਨਾਂ ਨੂੰ ਇੱਕ ਆਫਿਸ ਪਰਸਨ ਚਾਹੀਦਾ ਹੁੰਦਾ, ਜਿਹਨੂੰ ਆਪਾਂ ਆਫਿਸ ਬॉय ਜਾਂ ਆਫਿਸ ਗਰਲ ਕਹਿ ਦਿੰਦੇ ਹਾਂ, ਜਿਨ੍ਹਾਂ ਨੇ ਜਨਰਲੀ ਆਫਿਸ ਦੇ ਸਾਰੇ ਕੰਮ ਡਾਕੂਮੈਂਟੇਸ਼ਨ ਨੂੰ ਮੇਨਟੇਨ ਕਰਨਾ। ਉਸ ਦੇ ਲਈ ਜੀ ਇਹ ਕੋਰਸ ਹੈ, ਬਹੁਤ ਹੀ ਵਧੀਆ ਡਿਮਾਂਡ ਹੈ ਇਹਦੀ, ਬਿਜ਼ਨਸ ਕੋਰਸ ਦੇ ਨਾਲ ਰਿਲੇਟ ਹੋ ਜਾਂਦਾ। ਸਭ ਤੋਂ ਸੋਹਣੀ ਗੱਲ ਇਹ ਹੈ ਕਿ ਜਿਹੜੇ ਬੱਚਿਆਂ ਨੇ +2 ਕੀਤੀ ਹੈ ਅਤੇ ਇੰਗਲਿਸ਼ ਦਾ ਸਬਜੈਕਟ ਉਹਨਾਂ ਕੋਲੇ +2 ਤੱਕ ਸੀਗਾ, ਉਹ ਕਰ ਸਕਦੇ ਆ। ਜੇ ਕਿਸੇ ਸਟੂਡੈਂਟ ਕੋਲੇ ਇੰਗਲਿਸ਼ ਨਹੀਂ ਸੀ ਤਾਂ ਉਹ ਐਡੀਸ਼ਨਲ ਵੀ ਅਪਲਾਈ ਕਰ ਸਕਦਾ, ਕੋਈ ਵੀ ਯੂਨੀਵਰਸਿਟੀ ਤੋਂ, ਕੋਈ ਬੋਰਡ ਤੋਂ ਇੰਗਲਿਸ਼ ਦਾ ਕਰ ਸਕਦਾ ਅਤੇ ਉਹ ਵੀ ਅਪਲਾਈ ਹੋ ਜਾਏਗਾ। ਕੁਝ ਕੋਰਸਿਸ ਯੂਨੀਵਰਸਿਟੀ ਵੱਲੋਂ ਵੀ ਪ੍ਰੋਵਾਈਡਡ ਹੁੰਦੇ, ਜਿਵੇਂ ਕੋਨੈਸਟੋਗਾ ਕਾਲਜ ਦਾ ਇੱਕ ਆਪਣਾ ਕੋਰਸ ਹੈ, ਉਹ ਵੀ ਕਰ ਸਕਦੇ ਹੋ ਅਤੇ ਤਾਂ ਵੀ ਤੁਸੀਂ ਐਲੀਜੀਬਲ ਹੋ ਜਾਓਗੇ। ਤਾਂ ਹੁਣ ਦੇਖਦੇ ਹਾਂ ਜੀ ਪ੍ਰੋਗਰਾਮ ਡਿਸਕ੍ਰਿਪਸ਼ਨ। ਟੂਡੇਜ਼ ਆਫਿਸ ਇਜ਼ ਡਾਇਨਾਮਿਕ ਪਲੇਸ। ਤਾਂ ਚੀਜ਼ ਇਹ ਉਹੀ ਲਿਖੀ ਹੋਈ ਹੈ ਜੋ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿ ਜੋ ਆਫਿਸ ਦੇ ਅੰਦਰ ਕੰਮ ਕਰਨਾ, ਜਿਵੇਂ ਕਿ ਬੁੱਕ ਕੀਪਿੰਗ ਹੋ ਗਿਆ ਜੀ, ਕਸਟਮਰ ਸਰਵਿਸ ਹੋ ਗਿਆ, ਡਾਕੂਮੈਂਟ ਪ੍ਰੋਸੈਸਿੰਗ ਹੋ ਗਿਆ, ਇਹ ਸਾਰਾ ਕੰਮ ਸਟੂਡੈਂਟਸ ਨੂੰ ਸਿਖਾਇਆ ਜਾਂਦਾ ਹੈ। ਕਿਵੇਂ ਕਿਸੇ ਕੰਮ ਨੂੰ ਟੈਕਨੀਕਲੀ ਚੈੱਕ ਕਰਨਾ ਹੈ, ਆਰਗੇਨਾਈਜ਼ ਕਰਨਾ ਹੈ। ਔਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੇਨਲੀ ਜਿਹੜੀ ਚੀਜ਼ ਹੁੰਦੀ ਹੈ ਉਹ ਹੈ ਇੰਟਰਪਰਸਨਲ ਸਕਿੱਲਸ, ਯਾਨੀ ਕਿ ਤੁਸੀਂ ਕਮਿਊਨੀਕੇਟ ਕਿਵੇਂ ਕਰਨਾ ਹੈ। ਤਾਂ ਇਹਦੇ ਵਿੱਚ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈ। ਸਟੂਡੈਂਟ ਸਾਡੇ ਤੋਂ ਇਹ ਵੀ ਪੁੱਛਦੇ ਆ ਜੀ ਸਰ ਸਾਨੂੰ ਇੰਨੀ ਅੱਛੀ ਇੰਗਲਿਸ਼ ਨਹੀਂ ਆਉਂਦੀ, ਅਸੀਂ ਇੱਦਾਂ ਕਿਵੇਂ ਕਮਿਊਨੀਕੇਟ ਕਰਾਵਾਂਗੇ, ਸਾਨੂੰ ਉੱਥੇ ਆਫਿਸਿਸ ਦੇ ਵਿੱਚ ਬੜਾ ਮੁਸ਼ਕਿਲ ਲੱਗਦਾ ਜੀ, ਔਖਾ ਨਹੀਂ ਹੋਊਗਾ, ਅੰਗਰੇਜ਼ਾਂ ਨਾਲ ਡੀਲ ਕਰਨਾ ਪਊਗਾ। ਤਾਂ ਤੁਸੀਂ ਇਸ ਚੀਜ਼ ਦੀ ਚਿੰਤਾ ਨਾ ਕਰੋ, ਜਦੋਂ ਤੁਸੀਂ ਰਿਕਰੂਟ ਹੋਵੋਗੇ ਜੀ ਤੁਹਾਨੂੰ ਤੁਹਾਡੇ ਨਾਲ ਇੱਕ ਹੈਲਪਿੰਗ ਹੈਂਡ ਜ਼ਰੂਰ ਹੋਊਗਾ। ਤੁਸੀਂ ਆਫਿਸ ਦੇ ਰਿਲੇਟਿਡ ਹੀ ਕਮਿਊਨੀਕੇਸ਼ਨ ਕਰਨੀ ਹੈ ਔਰ ਉਹ ਤੁਹਾਨੂੰ ਈਜ਼ੀਲੀ ਸਮਝ ਆ ਜੂਗੀ, ਕਿਉਂਕਿ ਤੁਸੀਂ ਉਹਦੇ ਬਾਰੇ ਸਬਜੈਕਟ ਦੇ ਵਿੱਚ ਪਹਿਲਾਂ ਪੜ੍ਹ ਚੁੱਕੇ ਹੋਵੋਗੇ। ਸੈਕਿੰਡ ਜੀ, ਇਹਦੇ ਵਿੱਚ ਜੋ ਮੇਨ ਚੀਜ਼ ਹੈ, ਸਟੂਡੈਂਟ ਦੈਟ ਸਕਸੈਸਫੁਲੀ ਕੰਪਲੀਟ ਦ ਆਫਿਸ ਐਡਮਿਨਿਸਟ੍ਰੇਸ਼ਨ ਜਨਰਲ 1095 ਪ੍ਰੋਗਰਾਮ ਆਰ ਐਲੀਜੀਬਲ ਟੂ ਅਪਲਾਈ ਟੂ ਲੈਵਲ 3 ਆਫ ਦ ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੀਕਿਊਟਿਵ। ਤਾਂ ਕੁਝ ਸਟੂਡੈਂਟ ਹੈ ਜਿਹੜੇ ਅੱਗੇ ਡਿਪਲੋਮਾ ਪ੍ਰੋਗਰਾਮ ਕਰਨਾ ਚਾਹੁੰਦੇ ਆ, ਉਹਨਾਂ ਨੂੰ ਪਤਾ ਹੈ ਕਿ ਸਾਨੂੰ ਇਹ ਚੀਜ਼ ਸਮਝ ਆ ਰਹੀ ਹੈ, ਅਸੀਂ ਹੋਰ ਜ਼ਿਆਦਾ ਵਧੀਆ ਸਿੱਖਣਾ ਚਾਹੁੰਦੇ ਹਾਂ, ਅੱਗੇ ਹੋਰ ਕੁਝ ਸਿੱਖਣਾ ਚਾਹੁੰਦੇ ਹਾਂ, ਆਪਣੀ ਪ੍ਰੋਫਾਈਲ ਨੂੰ ਹੋਰ ਸਟਰੋਂਗ ਬਣਾਉਣਾ ਚਾਹੁੰਦੇ ਹਾਂ, ਵਧੀਆ ਜੌਬ ਪੇ ਸਕੇਲ ਦੇ ਉੱਤੇ ਜੁਆਇਨ ਕਰਨਾ ਚਾਹੁੰਦੇ ਹਾਂ, ਤਾਂ ਉਹ ਅੱਗੇ ਦੀ ਅੱਗੇ ਇਹ ਕੋਰਸਿਸ ਦੇ ਵਿੱਚ ਜਾ ਸਕਦੇ ਆ, ਜਿਹਨੂੰ ਕਿ ਆਪਾਂ ਕਹਿੰਦੇ ਹਾਂ ਇਹਨਾਂ ਕੋਰਸਿਸ ਨੂੰ ਕਰਨ ਨਾਲ ਤੁਹਾਨੂੰ IJPs ਮਿਲਦੇ ਆ, ਦੈਟ ਇਜ਼ ਇੰਟਰਨਲ ਜੌਬ ਪ੍ਰਮੋਸ਼ਨਸ। ਤਾਂ ਤੁਹਾਡਾ ਪੈਕੇਜ ਬਹੁਤ ਸੋਹਣਾ ਬਣਦਾ ਜਾਂਦਾ ਔਰ ਜ਼ਿਆਦਾ ਤੁਹਾਨੂੰ ਹੈਡੇਕ ਨਹੀਂ ਹੁੰਦਾ ਇਸ ਦੇ ਅੰਦਰ। ਟਿਊਸ਼ਨ ਐਂਡ ਫੀਸ, ਕੋਰਸ ਥੋੜਾ ਜਿਹਾ ਮਹਿੰਗਾ ਹੈ ਜੀ ਇੰਟਰਨੈਸ਼ਨਲ ਸਟੂਡੈਂਟਸ ਲਈ। ਟੋਟਲ ਫੀਸ ਹੈ
$15,670। ਇਸ ਤੋਂ ਬਾਅਦ ਆਪਾਂ ਵਧਾਂਗੇ ਜੀ ਇਹਦੇ ਬਾਰੇ ਆਪਾਂ ਇਹਦੇ ਦੇਖ ਲਈਏ ਜੋ ਡਿਲੀਵਰੀ ਸੀਕੁਐਂਸ ਹੈ। ਵਿੰਟਰ ਦੇ ਵਿੱਚ ਸ਼ੁਰੂ ਹੁੰਦੀਆਂ ਜੀ ਕਲਾਸਿਸ ਅਤੇ ਸਪਰਿੰਗ ਦੇ ਵਿੱਚ ਲੱਗਣਗੀਆਂ ਕਲਾਸਿਸ। ਟੋਟਲ 2 ਹੀ ਸਮੈਸਟਰ ਹੈਗੇ ਜੀ, 1 ਸਾਲ ਦਾ ਕੋਰਸ ਹੈ। 1 ਸਾਲ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਕਰਾ ਦਿੱਤਾ ਜਾਏਗਾ। ਤਾਂ ਐਡਮਿਸ਼ਨ ਦੇ ਅੰਦਰ ਹੁਣ ਦੇਖੋ ਜੀ ਕੀ ਡਿਟੇਲਸ ਆਪਣੇ ਕੋਲ ਸਾਹਮਣੇ ਆਉਂਦੀਆਂ। ਐਡਮਿਸ਼ਨ ਦੇ ਲਈ ਇਹ ਕਹਿੰਦੇ ਕਿ ਓਨਟਾਰੀਓ ਸੈਕੰਡਰੀ ਸਕੂਲ ਡਿਪਲੋਮਾ, ਜਿਹੜਾ ਕਿ ਆਪਣੇ ਕੋਲ ਨਹੀਂ ਹੁੰਦਾ ਇੱਧਰ ਦੇ ਬੱਚੇ ਕੋਲ, ਔਰ ਇਕੁਇਲੈਂਟ ਦੇ ਵਿੱਚ ਆ ਜਾਂਦਾ ਆਪਣੇ ਇੱਧਰ ਇੰਡੀਅਨ ਡਿਪਲੋਮਾਜ਼ ਵਰਕ ਕਰ ਜਾਂਦੇ, ਇਕੁਇਲੈਂਸੀ ਮਿਲ ਜਾਂਦੀ ਹੈ। ਔਰ 19 ਈਅਰਸ ਆਫ ਏਜ, ਯਾਨੀ ਕਿ ਡਿਪਲੋਮਾ ਨਹੀਂ ਵੀ ਹੈ ਤਾਂ ਇਕੱਲੀ 19 ਸਾਲ ਦੀ ਜੇ ਉਮਰ ਹੈ ਬੱਚੇ ਦੀ ਤਾਂ ਵੀ ਉਹ ਕੰਸਿਡਰ ਹੋ ਜਾਏਗਾ, ਯਾਨੀ ਕਿ ਉਹ ਮੈਚਿਓਰ ਸਟੂਡੈਂਟ ਡੈਫੀਨੇਸ਼ਨ ਦੇ ਅੰਡਰ ਆ ਜਾਏਗਾ। ਦੂਸਰੀ ਚੀਜ਼ ਕੀ ਚਾਹੀਦੀ ਹੈ ਜੀ, ਗ੍ਰੇਡ 12 ਕੰਪਲਸਰੀ ਇੰਗਲਿਸ਼, 12ਵੀਂ ਦੇ ਵਿੱਚ ਅੰਗਰੇਜ਼ੀ ਜ਼ਰੂਰ ਕੀਤੀ ਹੋਵੇ, ਗ੍ਰੇਡ ਆਇਆ ਹੋਇਆ ਹੋਵੇ ਜੀ 60%, 50%, ਆਪਣੇ ਇੰਡੀਅਨ ਸਿਸਟਮ ਦੇ ਅਕੋਰਡਿੰਗ 50% ਵੀ ਚੱਲ ਜਾਂਦਾ। ਔਰ ਇਕੁਇਲੈਂਟ, ਅਗਰ ਇਹ ਵੀ ਚੀਜ਼ ਨਹੀਂ ਹੈ, ਜੇ ਤੁਹਾਡਾ ਗ੍ਰੇਡ ਘੱਟ ਹੈ ਜੀ ਇੰਗਲਿਸ਼ ਦੇ ਵਿੱਚ, ਤਾਂ ਕੋਨਸਟਾਗਾ ਕਾਲਜ ਪ੍ਰੈਪਰੇਟਰੀ ਕਮਿਊਨੀਕੇਸ਼ਨਸ ਦਾ ਇੱਕ ਛੋਟਾ ਜਿਹਾ ਇਹ ਕੋਰਸ ਹੈਗਾ। ਇਹ ਐਗਜ਼ਾਮ ਔਨਲਾਈਨ ਤੁਸੀਂ ਕਰ ਸਕਦੇ ਹੋ, ਤੁਸੀਂ ਇਹਨੂੰ ਕੁਆਲੀਫਾਈ ਕਰ ਲਓ ਤਾਂ ਤੁਹਾਡਾ ਇੰਗਲਿਸ਼ ਵਾਲਾ ਚੱਕਰ ਹੀ ਖਤਮ। ਇਸ ਤੋਂ ਬਾਅਦ ਜੀ ਨੈਕਸਟ ਤੁਹਾਡੇ ਕੋਲ ਐਡਮਿਸ਼ਨ ਪ੍ਰੋਸੈਸ ਹੈ। ਐਡਮਿਸ਼ਨ ਪ੍ਰੋਸੈਸ ਬਿਲਕੁਲ ਈਜ਼ੀ ਹੈ, ਇਹਦੇ 'ਚ ਹੋਰ ਕੁਛ ਜ਼ਿਆਦਾ ਡਿਸਕਸ ਕਰਨ ਨੂੰ ਨਹੀਂ ਹੈਗਾ ਜੀ। ਜਿਹੜੀ ਮੇਨ ਚੀਜ਼ ਇਹਦੇ ਵਿੱਚ ਆਪਾਂ ਅੱਗੇ ਦੇਖਦੇ ਹਾਂ, ਤੁਹਾਡੇ ਕੋਲ ਕੋਰਸਿਸ ਕਿਹੜੇ ਕਿਹੜੇ ਆਉਣਗੇ, ਯਾਨੀ ਕਿ ਜਦੋਂ ਤੁਹਾਡਾ ਇਹ ਐਡੂਕੇਸ਼ਨ ਸਟਾਰਟ ਹੋ ਗਈ ਤੁਹਾਡੇ ਕੋਲ ਸਬਜੈਕਟ ਕਿਹੜੇ ਕਿਹੜੇ ਆਉਣਗੇ। ਸਭ ਤੋਂ ਪਹਿਲਾਂ ਆ ਰਿਹਾ ਜੀ ਡਾਕੂਮੈਂਟ ਪ੍ਰੋਸੈਸਿੰਗ, ਦੈਟ ਇਜ਼ ADMN 1305। ਤਾਂ ਡਾਕੂਮੈਂਟ ਪ੍ਰੋਸੈਸਿੰਗ ਆਪਾਂ ਨੂੰ ਪਤਾ ਹੈ ਕਿ ਅਗਰ ਅੱਜ ਕੱਲ੍ਹ ਆਪਾਂ ਕਿਸੇ ਵੀ ਆਫਿਸ 'ਚ ਜੋਬ ਕਰਦੇ ਹਾਂ ਤਾਂ ਮਾਈਕਰੋਸੋਫਟ ਵਰਡ ਵਗੈਰਾ ਯੂਜ਼ ਕਰਦੇ ਹਾਂ। ਉਹਦੇ ਅੰਦਰ ਆਪਾਂ ਡਾਕੂਮੈਂਟ ਬਣਾਉਂਦੇ ਹਾਂ, ਕੋਈ ਚਿੱਠੀ ਪੱਤਰ ਲੈਟਰ ਕੁਛ ਵੀ ਬਣਾਉਣਾ ਹੈ, ਉਹਦਾ ਲੇਆਊਟ ਕਿਵੇਂ ਬਣਾਉਣਾ, ਉਹਨੂੰ ਫਾਰਮੈਟ ਕਿਵੇਂ ਕਰਨਾ ਹੈ, ਈਮੇਲ ਕਿੱਦਾਂ ਲਿਖਣੀ ਹੈ, ਬਿਜ਼ਨਸ ਲੈਟਰ ਕਿੱਦਾਂ ਲਿਖਣੇ ਆ, ਉਹ ਚੀਜ਼ਾਂ ਇਹਦੇ ਵਿੱਚ ਪੜ੍ਹਾਈਆਂ ਜਾਂਦੀਆਂ। 56 ਆਵਰਸ ਦਾ ਕੋਰਸ ਹੈ ਜੀ, 4 ਕ੍ਰੈਡਿਟ ਮਿਲਣਗੇ। ਪ੍ਰੀ ਰਿਕੁਇਜ਼ਿਟ ਕੁਛ ਨਹੀਂ ਹੈ, ਬਹੁਤ ਈਜ਼ੀ ਕੋਰਸ ਹੈ, ਤੁਸੀਂ ਸਟਾਰਟ ਕਰ ਸਕਦੇ ਹੋ ਇਮੀਡੀਏਟਲੀ। ਨੈਕਸਟ ਆ ਗਿਆ ਕਾਲਜ ਰੀਡਿੰਗ ਐਂਡ ਰਾਈਟਿੰਗ ਸਕਿੱਲਸ। ਤਾਂ ਇਹਦੇ ਵਿੱਚ ਸਿਰਫ ਔਰ ਸਿਰਫ ਜੋ ਤੁਸੀਂ ਆਇਲਸ ਦੇ ਅੰਦਰ ਜਿਵੇਂ ਪੜ੍ਹਦੇ ਹੋ, ਤਿਆਰੀ ਕਰਦੇ ਹੋ, ਰਾਈਟਿੰਗ ਐਂਡ ਰੀਡਿੰਗ ਟਾਸਕ ਤੁਹਾਨੂੰ ਦਿੱਤੇ ਜਾਂਦੇ, ਤੁਸੀਂ ਸਿਰਫ ਉਹਨਾਂ ਨੂੰ ਸਮਝਣਾ, ਉਹਨਾਂ ਦੇ ਵਿੱਚ ਕੁਛ ਇਨਫੋਰਮੇਸ਼ਨ ਕੱਢਣੀ ਹੈ, ਉਹਨਾਂ ਨੂੰ ਐਨਾਲਾਈਜ਼ ਕਰਕੇ ਕੁਛ ਲਿਖਣਾ। ਈਜ਼ੀ ਹੈ, ਸਿਰਫ ਰੀਡਿੰਗ ਔਰ ਰਾਈਟਿੰਗ ਹੀ ਸਿਖਾਈ ਜਾਂਦੀ ਹੈ। ਇਹਦੇ ਵਿੱਚ ਕੋਈ ਤੁਸੀਂ ਉਹਨਾਂ ਦੀਆਂ ਕੈਲਕੂਲੇਸ਼ਨਸ ਨਹੀਂ ਕਰਨੀਆਂ, ਕੋਈ ਕੰਪਲੈਕਸ ਟਾਸਕ ਨਹੀਂ ਕਰਨੇ, ਕੋਈ ਬਹੁਤ ਹੀ ਜ਼ਿਆਦਾ ਸੋਚਣ ਵਾਲਾ ਕੰਮ ਨਹੀਂ। 42 ਆਵਰਸ ਦਾ ਕੋਰਸ ਹੈ ਜੀ, 3 ਕ੍ਰੈਡਿਟ ਮਿਲਣਗੇ, ਕੋਈ ਪ੍ਰੀ ਰਿਕੁਇਜ਼ਿਟ ਨਹੀਂ ਹੈ। ਇਸ ਤੋਂ ਬਾਅਦ ਆ ਗਿਆ ਜੀ ਸਪਰੈਡਸ਼ੀਟ। ਤਾਂ ਆਪਾਂ ਮਾਈਕਰੋਸੋਫਟ ਆਫਿਸ ਦੇ ਅੰਦਰ ਸੁਣਿਆ ਹੋਇਆ ਐਕਸਲ, ਇਹ ਉਹੀ ਚੀਜ਼ ਹੈ ਜੀ। ਤਾਂ ਐਕਸਲ ਦੇ ਅੰਦਰ ਤੁਹਾਨੂੰ ਸਪਰੈਡਸ਼ੀਟ ਬਣਾਉਣੀਆਂ ਸਿਖਾਉਣਗੇ। ਉਹਦੇ 'ਚ ਕੁਛ ਜਨਰਲ ਚੀਜ਼ਾਂ ਆਉਣਗੀਆਂ, ਜਿਵੇਂ ਕਿ ਵਰਕਸ਼ੀਟ ਦੇ ਵਿੱਚ ਚਾਰਟਸ ਕਿਵੇਂ ਬਣਦੇ ਆ ਜੀ, ਡੇਟਾਬੇਸ ਕਿਵੇਂ ਯੂਜ਼ ਕਰਦਾ। ਨੈਚੁਰਲ ਜੀ ਗੱਲ ਹੈ, ਜੋ ਡੇਟਾ ਉਹਦੇ ਅੰਦਰ ਹੁੰਦਾ ਉਹ ਡੇਟਾਬੇਸ ਦੇ ਨਾਲ ਕਨੈਕਟ ਕਰਕੇ ਇੰਪੋਰਟ ਐਕਸਪੋਰਟ ਵੀ ਕੀਤਾ ਜਾ ਸਕਦਾ, ਤਾਂ ਉਹ ਚੀਜ਼ਾਂ ਸਿਖਾਈਆਂ ਜਾਣਗੀਆਂ। ਫਿਰ ਤੁਹਾਡੇ ਕੋਲ ਅਗਲੀ ਚੀਜ਼ ਆ ਜਾਂਦੀ ਹੈ ਇੰਪੋਰਟੈਂਟ, ਫੰਕਸ਼ਨਸ ਕਿੱਦਾਂ ਲਗਾਉਣੇ ਹੈ ਜੀ ਐਕਸਲ ਦੇ ਅੰਦਰ, ਫਾਰਮੂਲਾਜ਼ ਕਿੱਦਾਂ ਲਗਾਉਣੇ ਹੈ, 3D ਫਾਰਮੂਲਾਜ਼ ਕਿੱਦਾਂ ਲਗਾਉਣੇ ਹੈ। ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਜਿਵੇਂ ਜਿਵੇਂ ਸਿੱਖਦੇ ਹੋ ਤੁਹਾਨੂੰ ਐਕਸਲ ਦੀ ਸਹੀ ਯੂਟੀਲਾਈਜੇਸ਼ਨ ਪਤਾ ਲੱਗਦੀ ਹੈ। ਜੋ ਸਟੂਡੈਂਟ +2 ਤੱਕ ਸਿੱਖਦੇ ਹੈ ਵਰਡ, ਪਾਵਰ ਪੁਆਇੰਟ, ਐਕਸਲ, ਉਹ ਚੀਜ਼ਾਂ ਬਹੁਤ ਹੀ ਲਾਈਟ ਹੁੰਦੀਆਂ। ਇਹਨਾਂ ਕੋਰਸਿਸ ਦੇ ਅੰਦਰ ਐਗਜ਼ੈਕਟ ਇੰਪਲੀਮੈਂਟੇਸ਼ਨ ਸਿਖਾਈ ਜਾਂਦੀ ਹੈ, ਜੋ ਬੱਚਾ ਜੌਬ ਦੇ ਵਿੱਚ ਇੰਪਲੀਮੈਂਟ ਕਰੇਗਾ। ਤੁਸੀਂ ਅਗਰ ਥੋੜ੍ਹਾ ਬਹੁਤ ਤੁਹਾਨੂੰ ਇਨਫੋਰਮੇਸ਼ਨ ਹੈ ਤਾਂ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਮੈਂ ਕਰੂੰਗਾ ਕੀ, ਕਿਹੜੇ ਟੂਲਸ ਯੂਜ਼ ਕਰਾਂਗੇ, ਕੀ ਚੀਜ਼ਾਂ ਸਿਖਾਉਣਗੇ। ਪਰ ਉਹਨਾਂ ਨੇ ਜੋ ਲੈਵਲ ਸਿਖਾਉਣਾ ਹੈ ਉਹ ਲੈਵਲ ਤੁਹਾਡੇ ਜੋ ਸਿੱਖੇ ਹੋਏ ਲੈਵਲ ਇਸ ਤੋਂ ਅਲੱਗ ਹੈਗੇ ਹੈ ਜੀ, ਥੋੜ੍ਹੇ ਜਿਹੇ ਹਾਈ ਲੈਵਲ ਹੈ। ਪਰ ਔਖਾ ਕੁਛ ਨਹੀਂ ਹੈ, ਸਿਸਟਮੈਟਿਕ ਹੈ। ਅਗਰ ਧਿਆਨ ਨਾਲ ਪੜ੍ਹੋਗੇ, ਸਮਝੋਗੇ ਤਾਂ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ। ਨੈਕਸਟ ਇਜ਼ ਦ ਪ੍ਰੈਜੈਂਟੇਸ਼ਨ ਸੌਫਟਵੇਅਰ, ਜਿਹਨੂੰ ਆਪਾਂ ਮਾਈਕਰੋਸੋਫਟ ਪਾਵਰ ਪੁਆਇੰਟ ਵੀ ਕਹਿੰਦੇ ਹਾਂ। ਉਹਦੇ ਵਿੱਚ ਗ੍ਰਾਫਿਕਸ ਕਿਵੇਂ ਲਗਾਉਣੇ ਹੈ, ਟੈਂਪਲੇਟਸ ਕਿੱਦਾਂ ਯੂਜ਼ ਕਰਨੇ ਹੈ, ਫਾਰਮੈਟਿੰਗ ਕਿੱਦਾਂ ਕਰਨੀ ਹੈ। ਮੇਨਲੀ ਹੈ ਕੁਛ ਨਹੀਂ, ਹਾਊ ਟੂ ਕ੍ਰੀਏਟ, ਡਿਜ਼ਾਈਨ ਐਂਡ ਪ੍ਰੈਜ਼ੈਂਟ, ਦੈਟਸ ਇਟ। ਇਹਦੇ ਵਿੱਚ ਸਾਊਂਡ ਕਿੱਦਾਂ ਲਗਾਉਣੀ ਹੈ, ਵੀਡੀਓ ਕਿੱਦਾਂ ਲਗਾਉਣੀ ਹੈ, ਐਨੀਮੇਸ਼ਨ ਕਿੱਦਾਂ ਐਡ ਕਰਨੀ ਹੈ, ਇਹ ਚੀਜ਼ਾਂ ਸਿਖਾਈਆਂ ਜਾਣਗੀਆਂ। ਅਗੇਨ 42 ਆਵਰਸ ਦਾ ਕੋਰਸ ਹੈ, 3 ਕ੍ਰੈਡਿਟ ਹੈ, ਕੋਈ ਪ੍ਰੀ ਰਿਕੁਇਜ਼ਿਟ ਨਹੀਂ ਹੈ। ਫਿਰ ਆ ਗਿਆ ਤੁਹਾਡੇ ਕੋਲੇ ਵਰਡ ਪ੍ਰੋਸੈਸਿੰਗ। ਹੁਣ ਇਹ ਵਰਡ ਪ੍ਰੋਸੈਸਿੰਗ ਹੈ ਜਿਹੜਾ ਉੱਪਰ ਵਾਲੇ ਤੁਹਾਡੇ ਕੋਲੇ ਡਾਕੂਮੈਂਟ ਪ੍ਰੋਸੈਸਿੰਗ ਨਾਲੋਂ ਥੋੜ੍ਹਾ ਜਿਹਾ ਅਲੱਗ ਹੈ। ਇਹਦੇ ਵਿੱਚ ਕੁਛ ਹੋਰ ਫੀਚਰਸ ਵੀ ਐਡ ਹੋ ਜਾਂਦੇ ਹੈ, ਜਿਵੇਂ ਕਿ ਅਗਰ ਆਪਾਂ ਡਾਕੂਮੈਂਟ ਨੂੰ ਪ੍ਰੋਡਿਊਸ ਕਰ ਰਹੇ ਹਾਂ ਤਾਂ ਉਹਦੀ ਪ੍ਰੂਫ ਰੀਡਿੰਗ ਕਿਵੇਂ ਕਰਨੀ ਹੈ, ਐਕੂਰੇਸੀ ਕਿਵੇਂ ਚੈੱਕ ਕਰਨੀ ਹੈ ਕਿ ਵੈਦਰ ਉਹ ਸਹੀ ਹੈ ਜਾਂ ਉਹਦੇ ਵਿੱਚ ਕੁਛ ਚੀਜ਼ਾਂ ਚਾਹੀਦੀਆਂ ਬਿਜ਼ਨਸ ਇਨਵਾਇਰਮੈਂਟ ਦੇ ਅਕੋਰਡਿੰਗ, ਹੈ ਨਾ। ਆਪਾਂ ਕਹਿ ਦਿੰਦੇ ਹਾਂ ਕਈ ਬਿਜ਼ਨਸ ਦੇ ਵਿੱਚ ਬਲੌਕ ਲੈਟਰਸ ਯੂਜ਼ ਹੁੰਦੇ ਆ। ਬਲੌਕ ਲੈਟਰਸ ਮਤਲਬ ਉਹਨਾਂ ਦਾ ਇੱਕ ਚਿੱਠੀ ਲਿਖਣ ਦਾ ਇੱਕ ਸਟਾਈਲ ਹੈ। ਕਈਆਂ ਦੇ ਵਿੱਚ ਇਨਕਲੋਜ਼ਡ ਬਲੌਕ ਲੈਟਰ ਹੈ, ਕਿਸੇ ਦੇ ਵਿੱਚ ਕੁਛ ਹੈ, ਸੈਲੂਟੇਸ਼ਨ ਅਲੱਗ ਹੈ, ਕਿਸੇ ਦੇ ਵਿੱਚ
ਨੀਚੇ ਸਿਗਨੇਚਰ ਅਲੱਗ ਦਿੱਤਾ ਹੋਇਆ, ਤਾਂ ਉਹ ਚੀਜ਼ਾਂ ਤੁਸੀਂ ਵਰਡ ਪ੍ਰੋਸੈਸਿੰਗ ਦੇ ਅੰਦਰ ਕਿਵੇਂ ਇੰਪਲੀਮੈਂਟ ਕਰਨੀ ਹੈ ਇਹ ਚੀਜ਼ਾਂ ਸਿੱਖੋਗੇ। ਅਗੇਨ 42 ਆਵਰਸ 3 ਕ੍ਰੈਡਿਟਸ, ਪ੍ਰੀ ਰਿਕੁਇਜ਼ਿਟਸ ਕੋਰ ਰਿਕੁਇਜ਼ਿਟਸ ਕੋਈ ਨਹੀਂ ਹੈਗੇ। ਕੋਨੈਸਟੋਗਾ 101 ਬਹੁਤ ਹੀ ਬੇਸਿਕ ਇੰਟਰੋਡਕਟਰੀ ਕੋਰਸ ਹੈ ਜੀ, ਸਿਰਫ 1 ਘੰਟੇ ਦਾ, ਕੁਛ ਨਹੀਂ ਜਨਰਲ, ਉਹ ਆਪਣੇ ਕਾਲਜ ਯੂਨੀਵਰਸਿਟੀ ਆਪਣੇ ਰੂਲਸ ਕੰਡਕਟ ਇੱਦਾਂ ਦੇ ਬਾਰੇ ਦੱਸਣਗੇ। ਫਿਰ ਆ ਗਿਆ ਜੀ ਆਪਣੇ ਕੋਲੇ ਫਾਊਂਡੇਸ਼ਨਸ ਆਫ ਬਿਜ਼ਨਸ ਮੈਥ। ਤਾਂ ਬਿਜ਼ਨਸ ਮੈਥ ਕੋਈ ਔਖਾ ਨਹੀਂ ਹੈ, ਸਟੂਡੈਂਟਸ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ, ਬਹੁਤ ਹੀ ਈਜ਼ੀ ਹੈ, ਸਟੂਡੈਂਟ ਆਪਣੇ ਆਪ ਕਰਦੇ हैं ਜੀ, ਸਿਰਫ ਸਿੰਪਲ ਗਾਈਡੈਂਸ ਨਾਲ। ਅਗਰ ਉਹ ਆਪਣੇ ਜਿਹੜੇ ਵੀਡੀਓ ਲੈਕਚਰਸ ਹੈ ਜਾਂ ਟੀਚਰ ਕੋਲ ਉਹਨਾਂ ਨੂੰ ਕੋਈ ਕੰਟੈਂਟ ਦਿੰਦੇ ਹੈ, ਅਗਰ ਉਹਨੂੰ ਫੋਲੋ ਕਰਦੇ ਆ ਤਾਂ ਬੜੇ ਆਰਾਮ ਨਾਲ ਕਰ ਸਕਦੇ ਆ। ਕੁਛ ਸਿੰਪਲ ਪ੍ਰੋਬਲਮ ਸੋਲਵਿੰਗ ਸਕਿੱਲਸ ਹੁੰਦੀਆਂ ਜੀ, ਕੁਛ ਅਰਿਥਮੈਟਿਕ ਸਕਿੱਲਸ ਹੁੰਦੀਆਂ। ਇਸ ਕੋਰਸ ਦਾ ਮੇਨ ਮਤਲਬ ਇਹੀ ਹੁੰਦਾ ਹੈ ਕਿ ਸਟੂਡੈਂਟ ਨੂੰ ਥੋੜ੍ਹਾ ਜਿਹਾ ਐਕਟਿਵ ਬਣਾਇਆ ਜਾਵੇ, ਉਹਨੂੰ ਥੋੜ੍ਹਾ ਜਿਹਾ ਸਮਝਣ ਦੀ ਸਿੱਖਣ ਦੀ ਕੋਸ਼ਿਸ਼ ਜਿਹੜੀ ਹੈ, ਉਹਨੂੰ ਕੈਲਕੂਲੇਟਿਵ ਵਰਕ ਆਉਣਾ ਚਾਹੀਦਾ। ਕਿਉਂਕਿ ਫੋਰ ਐਗਜ਼ਾਮਪਲ ਜੋ ਤੁਹਾਡੇ ਫਾਰਮੂਲਾਜ਼ ਯੂਜ਼ ਕਰਨੇ ਆ ਤਾਂ ਉਹਨਾਂ ਦੇ ਅੰਦਰ ਥੋੜ੍ਹਾ ਮੈਥਮੈਟਿਕਸ ਯੂਜ਼ ਹੋ ਰਿਹਾ, ਤਾਂ ਉਹ ਮੈਥਮੈਟਿਕਸ ਨੂੰ ਸਮਝਣ ਜੋਗਾ ਇਹ ਸਬਜੈਕਟ ਤੁਹਾਨੂੰ ਇੰਟਰੋਡਿਊਸ ਕੀਤਾ ਜਾਂਦਾ। ਸੋ ਅਗੇਨ 42 ਆਵਰਸ 3 ਕ੍ਰੈਡਿਟਸ, ਨੋ ਪ੍ਰੀ ਰਿਕੁਇਜ਼ਿਟਸ, ਨੋ ਕੋਰ ਰਿਕੁਇਜ਼ਿਟਸ। ਇੱਕ ਚੀਜ਼ ਇਹਦੇ ਵਿੱਚ ਇਲੈਕਟਿਵ ਹੈ ਜੀ ਜਨਰਲ ਐਜੂਕੇਸ਼ਨ। ਉਹਦੇ ਵਿੱਚ ਕੀ ਹੈ, ਸਟੂਡੈਂਟ ਮਸਟ ਪਾਸਡ 1 ਕੋਰਸ ਸਿਲੈਕਟਡ ਇਨ ਦਾ ਸਟੂਡੈਂਟ ਪੋਰਟਲ ਫਰੋਮ ਅਵੇਲੇਬਲ ਕੋਰਸ ਆਪਸ਼ਨਸ। ਤਾਂ ਕੁਛ ਅਵੇਲੇਬਲ ਕੋਰਸ ਆਪਸ਼ਨਸ ਹੈ ਜੀ, ਉਹਨਾਂ ਵਿੱਚੋਂ ਇੱਕ ਕੋਰਸ ਪਾਸ ਕਰਨਾ ਜ਼ਰੂਰੀ ਹੈ, ਬਹੁਤ ਈਜ਼ੀ ਹੁੰਦਾ, ਕੁਛ ਚਿੰਤਾ ਵਾਲੀ ਗੱਲ ਨਹੀਂ ਹੈਗੀ। ਨੈਕਸਟ ਦੇਖਦੇ ਹਾਂ ਜੀ ਲੈਵਲ 2, ਯਾਨੀ ਕਿ ਅਗਲੇ ਸਮੈਸਟਰ ਦੇ ਵਿੱਚ ਤੁਹਾਨੂੰ ਕੀ ਮਿਲੇਗਾ, ਬੁੱਕ ਕੀਪਿੰਗ ਫॉर ਆਫਿਸ ਸੈਟਿੰਗਸ, ਯਾਨੀ ਕਿ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਬਈ ਖਾਤਾ ਮੈਨੇਜ ਕਰਨਾ ਜੀ। ਕੈਸ਼ ਪੇਮੈਂਟਸ ਕਿੰਨੀਆਂ ਆ ਰਹੀਆਂ, ਰਿਸਿਪਟਸ ਕਿਵੇਂ ਜਨਰੇਟ ਹੋ ਰਹੀਆਂ, ਸੇਲਸ ਕਿੰਨੀਆਂ, ਪਰਚੇਜ਼ ਕਿੰਨੀਆਂ, ਫਾਈਨੈਂਸ਼ੀਅਲ ਸਟੇਟਮੈਂਟ ਕਿਵੇਂ ਰੀਡ ਕਰਨੀ ਹੈ, ਕਿਵੇਂ ਬਣਦੀ ਹੈ। ਫਿਰ ਤੁਹਾਡੇ ਕੋਲ ਨੈਕਸਟ ਆ ਗਿਆ ਜੀ 42 ਆਵਰਸ ਦਾ ਇਹ ਕੋਰਸ ਹੈ ਜੀ, ਐਂਡ ਕ੍ਰੈਡਿਟਸ ਹੈਗੇ ਜੀ 3। ਪ੍ਰੀ ਰਿਕੁਇਜ਼ਿਟ ਆਪਣੇ ਕੋਲੇ ਕੋਈ ਨਹੀਂ ਹੈ, ਕੋ ਰਿਕੁਇਜ਼ਿਟ ਆਪਣੇ ਕੋਲੇ ਅਗੇਨ ਇਹਦੇ ਵਿੱਚ ਕੋਈ ਨਹੀਂ ਹੈ। ਉਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਜੋ ਸਬਜੈਕਟ ਹੈ ਯਾਨੀ ਕਿ ਨੈਕਸਟ ਕੋਰਸ ਹੈ, ਦੈਟ ਇਜ਼ ਬਿਜ਼ਨਸ ਆਫਿਸ ਪ੍ਰੋਸੀਜਰ 1। ਇਸ ਦੇ ਅੰਦਰ ਆਪਾਂ ਨੂੰ ਕੁਛ ਚੀਜ਼ਾਂ ਇੱਦਾਂ ਦੀਆਂ ਦੱਸੀਆਂ ਜਾਣਗੀਆਂ ਕਿ ਅਗਰ ਆਫਿਸ ਦੇ ਵਿੱਚ ਕੁਛ ਨੰਬਰ ਆਫ ਮੈਂਬਰਸ ਹੈ, ਉਹ ਇੱਕ ਟੀਮ ਬਣ ਕੇ ਚੱਲਦੇ ਹੈ, ਉਹ ਟੀਮ ਕਿੱਦਾਂ ਉਹਦੇ ਵਿੱਚ ਐਥੀਕਲੀ ਤੁਸੀਂ ਬਿਹੇਵ ਕਰਨਾ, ਕਿਸ ਨਾਲ ਕਿਵੇਂ ਕਮਿਊਨੀਕੇਟ ਕਰਨਾ, ਕਿਹੜੇ ਪ੍ਰੋਪਰ ਵੇ ਹੈ ਕਮਿਊਨੀਕੇਸ਼ਨ ਲਈ, ਕਿਹੜੇ ਫਾਰਮਲ ਵੇਜ਼ ਹੈ, ਕਿਹੜੇ ਇਨਫਾਰਮਲ ਵੇਜ਼ ਹੈ, ਮੀਟਿੰਗਸ ਕਿੱਦਾਂ ਹੋਣਗੀਆਂ ਜੀ, ਅਗਰ ਕਿਤੇ ਅਰੇਂਜਮੈਂਟਸ ਕਰਨੇ, ਟਰੈਵਲਿੰਗ ਕਰਨੀ ਹੈ, ਉਹ ਕਿੱਦਾਂ ਹੋਣਗੀਆਂ। ਇਹ ਕੋਰਸ ਹੈ ਜੀ 56 ਆਵਰਸ ਦਾ, 4 ਕ੍ਰੈਡਿਟਸ ਹੈ। ਪ੍ਰੀ ਰਿਕੁਇਜ਼ਿਟ ਇਹਦੇ ਲਈ ਜੀ ਆਹ ਕੋਰਸ ਕੁਛ ਮੈਂਸ਼ਨ ਕੀਤੇ हैं, ADMN 1300 ਔਰ ADMN 1305, ਯਾਨੀ ਕਿ ਜਿਹੜਾ ਤੁਹਾਡੇ ਕੋਲ ਪਹਿਲਾਂ ਸੀਗਾ, ਪਹਿਲੇ ਸਮੈਸਟਰ ਦੇ ਵਿੱਚ ਡਾਕੂਮੈਂਟ ਪ੍ਰੋਸੈਸਿੰਗ ਸੀਗਾ, ਉਹ ਜ਼ਰੂਰੀ ਹੈ ਜੀ ਕਲੀਅਰ ਕਰਨਾ, ਫਿਰ ਹੀ ਉਸ ਤੋਂ ਬਾਅਦ ਸਟੂਡੈਂਟ ਇਹਨੂੰ ਕਲੀਅਰ ਕਰ ਸਕਦਾ ਹੈ। ਨੈਕਸਟ ਇਜ਼ ਕਰੀਅਰ ਸਕਸੈਸ, ਬੜਾ ਹੀ ਸਿੰਪਲ ਜਿਹਾ, ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੋਣਾ, ਇਹਦੇ ਵਿੱਚ ਕੁਛ ਜ਼ਿਆਦਾ ਨਹੀਂ ਦੱਸਦੇ, ਸਿਰਫ ਇੱਦਾਂ ਦੱਸਦੇ ਕਿ ਜੌਬ ਕਿੱਦਾਂ ਸਰਚ ਕਰਨੀ ਹੈ। ਜੋ ਸਟੂਡੈਂਟ ਨੇ ਕੋਰਸ ਕਰ ਲਿਆ, ਨੈਚੁਰਲ ਜੀ ਗੱਲ ਹੈ, ਉਸ ਤੋਂ ਬਾਅਦ ਉਹਨੇ ਆਫਿਸ ਐਡਮਿਨਿਸਟ੍ਰੇਸ਼ਨ ਦੇ ਅੰਦਰ ਜੌਬ ਕਰਨੀ ਹੈ, ਤਾਂ ਉਹਨੇ ਕਿੱਦਾਂ ਆਪਣਾ ਕਰੀਅਰ ਨੂੰ ਸ਼ੇਪ ਕਰਨਾ, ਕਿੱਦਾਂ ਉਹਨੇ ਦੇਖਣਾ ਕਿ ਮੈਂ ਹੁਣ ਇਸ ਤੋਂ ਬਾਅਦ ਕਿਹੜਾ ਕੋਰਸ ਕਰ ਸਕਦਾ ਅਤੇ ਜਿਹਦੇ ਨਾਲ ਮੇਰੀ ਕੰਪਨੀ ਦੇ ਵਿੱਚ ਹਾਇਰ ਪੇ ਹੋਏਗੀ, ਮੈਂ ਇੰਟਰਵਿਊਜ਼ ਕਿੱਦਾਂ ਕਲੀਅਰ ਕਰਨੇ ਆ, ਸਕਿੱਲਸ ਕੀ ਹੈ, ਫੀਡਬੈਕ ਕਿਵੇਂ ਹੈ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਸਿਖਾਈਆਂ ਜਾਣਗੀਆਂ। ਸਟੂਡੈਂਟ ਨੂੰ ਕੰਪਲੀਟ ਆਪਣਾ ਕਰੀਅਰ ਸਿਲੈਕਟ ਕਰਨਾ, ਚੂਜ਼ ਕਰਨਾ, ਉਹਨੂੰ ਡਿਵੈਲਪ ਕਰਨਾ, ਉਹਨੂੰ ਮੋਡੀਫਾਈ ਕਰਨਾ, ਉਹਨੂੰ ਸ਼ੇਪ ਕਰਨਾ, ਇਹ ਚੀਜ਼ਾਂ ਸਿਖਾਈਆਂ ਜਾਣਗੀਆਂ। 28 ਆਵਰਸ ਦਾ ਕੋਰਸ ਹੈ, 2 ਕ੍ਰੈਡਿਟਸ ਹੈ, ਕੋਈ ਪ੍ਰੀ ਰਿਕੁਇਜ਼ਿਟ ਨਹੀਂ ਹੈਗੇ। ਲਾਸਟ ਦੇ ਵਿੱਚ ਆਪਣੇ ਕੋਲ ਹੁਣ 3 ਕੋਰਸਿਸ ਰਹਿ ਗਏ ਹੈ। ਪਹਿਲਾ ਹੈਗਾ ਜੀ ਫੰਡਾਮੈਂਟਲਸ ਆਫ ਇਫੈਕਟਿਵ ਰਿਟਨ ਕਮਿਊਨੀਕੇਸ਼ਨ। ਤਾਂ ਜੋ ਕਮਿਊਨੀਕੇਸ਼ਨ ਹੈ, ਲਾਈਕ ਜੋ ਆਪਾਂ ਗੱਲ ਕਰਦੇ ਹਾਂ ਕਿ ਸਪੋਕਨ ਇੰਗਲਿਸ਼ ਇਜ਼ ਅਗੇਨ ਡਿਫਰੈਂਟ ਫਰੋਮ ਦ ਇੰਗਲਿਸ਼ ਵਿਚ ਇਜ਼ ਇਨ ਰਾਈਟਿੰਗ। ਤਾਂ ਇਹਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਸਟੂਡੈਂਟ ਕੋਲੇ ਕਿੰਨੀ ਐਕੂਰੇਸੀ ਹੈ, ਕਿੰਨੀ ਕਲੈਰਿਟੀ ਹੈ, ਉਹ ਆਪਣੇ ਥਾਟਸ ਨੂੰ ਪੇਪਰ ਐਂਡ ਪੈਨ ਦੇ ਨਾਲ ਐਕਸਪ੍ਰੈਸ ਕਰ ਸਕਦਾ, ਯੈਸ ਔਰ ਨੋ, ਉਹ ਸਹੀ ਗ੍ਰਾਮਰ ਯੂਜ਼ ਕਰਦਾ ਹੈ, ਸਹੀ ਸੈਂਟੈਂਸ ਫਾਰਮਿੰਗ ਕਰ ਰਿਹਾ, ਸਪੈਲਿੰਗ ਪੰਕਚੁਏਸ਼ਨਸ ਇਹ ਚੀਜ਼ਾਂ ਫੋਲੋ ਕਰ ਰਿਹਾ। ਬਹੁਤ ਹੀ ਸਿੰਪਲ ਹੈ। ਜਿਹੜੇ ਸਟੂਡੈਂਟਸ ਨੇ ਆਇਲਸ ਦੇ ਰਾਈਟਿੰਗ ਕੋਰਸਿਸ ਕੀਤੇ, ਰਾਈਟਿੰਗ ਵਾਲੇ ਮੋਡਿਊਲਸ ਕੀਤੇ ਹੋਏ ਆ, ਉਹਨਾਂ ਨੂੰ ਇਹ ਚੀਜ਼ ਦੀ ਸਮਝ ਆ ਜਾਏਗੀ ਕਿ ਹਾਊ ਟੂ ਰਾਈਟ, ਹਾਊ ਟੂ ਯੂਜ਼ ਪੰਕਚੁਏਸ਼ਨ, ਬਿੰਦੀ ਟਿੱਪੀ ਅੱਧਕ ਇਹਨੂੰ ਕਿੱਥੇ ਕਿੱਥੇ ਲਗਾਉਣਾ। ਆਰਸ 42 ਹੈ, 3 ਕ੍ਰੈਡਿਟਸ, ਕੋਈ ਪ੍ਰੀ ਰਿਕੁਇਜ਼ਿਟ ਨਹੀਂ ਹੈ। ਫਿਰ ਆ ਗਿਆ ਜੀ ਐਡਵਾਂਸਡ ਸਪਰੈਡਸ਼ੀਟ। ਐਡਵਾਂਸਡ ਸਪਰੈਡਸ਼ੀਟ ਨੂੰ ਕਰਨ ਤੋਂ ਪਹਿਲਾਂ ਤੁਹਾਡੇ ਕੋਲੇ ਪੁਰਾਣਾ ਯਾਨੀ ਕਿ ਪਿਛਲੇ ਸਮੈਸਟਰ ਦਾ ਸਪਰੈਡਸ਼ੀਟ ਵਾਲਾ ਸਬਜੈਕਟ ਕਲੀਅਰ ਹੋਣਾ ਚਾਹੀਦਾ ਜੀ, ਇਹ ਵਾਲਾ ਕੋਰਸ ਕੀਤਾ ਹੋਣਾ ਚਾਹੀਦਾ। ਤਾਂ ਐਡਵਾਂਸ ਸਪਰੈਡਸ਼ੀਟ ਦੇ ਵਿੱਚ ਕੁਛ ਚੀਜ਼ਾਂ ਥੋੜ੍ਹੀਆਂ ਜਿਹੀਆਂ ਪੁਰਾਣੇ ਵਾਲੇ ਨਾਲੋਂ ਐਡਵਾਂਸਡ ਦੱਸੀਆਂ ਜਾਣਗੀਆਂ, ਜਿਵੇਂ ਕਿ ਤੁਸੀਂ ਡੇਟਾ ਕਿੱਦਾਂ ਇੰਪੋਰਟ ਕਰਨਾ ਹੈ ਐਕਸੈਲ ਦੇ ਅੰਦਰ,
ਕਿੱਦਾਂ ਤੁਸੀਂ ਐਨਾਲਿਸਿਸ ਟੂਲਸ ਯੂਜ਼ ਕਰਨੇ ਆ, ਕਿੱਦਾਂ ਤੁਸੀਂ ਕੋਈ ਚਾਰਟਸ ਕ੍ਰੀਏਟ ਕਰਨੇ ਆ, ਕੋਈ ਵਾਟ ਇਫ ਐਨਾਲਿਸਿਸ ਕਰਨਾ ਹੈ, ਜਾਂ ਇੱਦਾਂ ਦੀਆਂ ਚੀਜ਼ਾਂ ਆ ਰਹੀਆਂ। ਵਿਜ਼ਾਰਡਸ ਕਿੱਦਾਂ ਕ੍ਰੀਏਟ ਕਰਨੇ ਆ, ਐਡਵਾਂਸਡ ਫਾਰਮੂਲਾਜ਼ ਕਿਵੇਂ ਲੈਣੇ ਆ, ਆਟੋਮੇਟ ਕਿਵੇਂ ਕਰਨਾ, ਵੈਲੀਡੇਸ਼ਨ ਕਿੱਦਾਂ ਯੂਜ਼ ਕਰਨੀ ਆ। 42 ਆਵਰਸ 3 ਕ੍ਰੈਡਿਟਸ ਪ੍ਰੀ ਰਿਕੁਇਜ਼ਿਟ ਹੈ ਜੀ। ਪਹਿਲਾਂ ਵਾਲਾ ਪਿਛਲੇ ਸਮੈਸਟਰ ਦਾ ਸਪਰੈਡਸ਼ੀਟ COMP 1080 ਕਲੀਅਰ ਕੀਤਾ ਹੋਣਾ ਚਾਹੀਦਾ। ਐਂਡ ਲਾਸਟਲੀ ਆਪਣੇ ਕੋਲ ਇੱਕੋ ਸਬਜੈਕਟ ਬਚ ਗਿਆ ਜੀ, ਐਡਵਾਂਸਡ ਵਰਡ ਪ੍ਰੋਸੈਸਿੰਗ। ਅਗੇਨ ਜਦੋਂ ਤੁਹਾਨੂੰ ਨਾਮ ਪੜਿਆ ਐਡਵਾਂਸਡ ਵਰਡ ਪ੍ਰੋਸੈਸਿੰਗ, ਤੁਹਾਨੂੰ ਇਮੀਡੀਏਟਲੀ ਪਤਾ ਲੱਗ ਗਿਆ ਜੀ ਇਹਦੀ ਇੱਕ ਪ੍ਰੀ ਰਿਕੁਇਜ਼ਿਟ ਹੈ, ਦੈਟ ਇਜ਼ COMP 1913, ਯਾਨੀ ਕਿ ਪਹਿਲੇ ਸਮੈਸਟਰ ਦਾ ਵਰਡ ਪ੍ਰੋਸੈਸਿੰਗ ਤੁਹਾਡਾ ਕਲੀਅਰ ਹੋਣਾ ਚਾਹੀਦਾ। ਟੋਟਲ 56 ਆਵਰਸ ਦਾ ਕੋਰਸ ਹੈ, 4 ਕ੍ਰੈਡਿਟ ਹੈਗੇ ਜੀ। ਦੱਸਿਆ ਕੀ ਜਾਊਗਾ, ਬਿਲਡਿੰਗ ਔਨ ਕਨਸੈਪਟਸ ਐਂਡ ਫੰਕਸ਼ਨਸ ਡਿਵੈਲਪਡ ਇਨ ਵਰਡ ਪ੍ਰੋਸੈਸਿੰਗ। ਸਟੂਡੈਂਟ ਸਿੱਖੂਗਾ ਕਿ ਐਡਵਾਂਸਡ ਫੀਚਰ ਸਿੱਖੇਗਾ ਜੀ ਵਰਡ ਪ੍ਰੋਸੈਸਿੰਗ ਦੇ, ਸੌਫਟਵੇਅਰ ਨੂੰ ਕਿਵੇਂ ਕ੍ਰੀਏਟ ਕਰਨਾ ਹੈ, ਐਰਰ ਫ੍ਰੀ ਬਿਜ਼ਨਸ ਡਾਕੂਮੈਂਟਸ ਕਿੱਦਾਂ ਬਣਾਉਣੇ ਹੈ। ਪ੍ਰੂਫ ਰੀਡਿੰਗ ਦੇ ਉੱਤੇ ਕਾਫੀ ਇੰਪੋਰਟੈਂਟ ਇਹਨਾਂ ਨੇ ਐਮਫੈਸਿਸ ਕੀਤਾ ਹੁੰਦਾ ਹੈ ਇੱਥੇ, ਔਰ ਫਾਈਲ ਮੈਨੇਜਮੈਂਟ ਵੀ ਇਸੇ ਦਾ ਹੀ ਪਾਰਟ ਹੈ। ਆਲਦੋ ਤੁਸੀਂ ਪਹਿਲਾਂ ਵਾਲੇ ਸਬਜੈਕਟ ਦੇ ਵਿੱਚ ਇੱਥੇ ਫਾਈਲ ਮੈਨੇਜਮੈਂਟ ਸਿੱਖਦੇ ਹੋ, ਪਰ ਉਹ ਇੰਨੀ ਇਫੈਕਟਿਵ ਜਾਂ ਸਟਰੋਂਗਲੀ ਇੰਪਲੀਮੈਂਟੇਟ ਕਰਨ ਲਈ ਨਹੀਂ ਹੁੰਦਾ, ਉਹ 'ਤੇ ਸਟ੍ਰੈਸ ਨਹੀਂ ਹੁੰਦਾ। ਇਸ ਕੋਰਸ ਦੇ ਵਿੱਚ ਤੁਹਾਨੂੰ ਉਹ ਪਿਓਰਲੀ ਕਿਹਾ ਜਾਂਦਾ ਕਿ ਤੁਹਾਡਾ ਜੋ ਵਰਡ ਪ੍ਰੋਸੈਸਿੰਗ ਹੈ ਉਹਦੀ ਜਿਹੜੀ ਡਾਕੂਮੈਂਟ ਹੈ ਜੀ ਉਹਨਾਂ ਨੂੰ ਮੈਨੇਜ ਕਿੱਦਾਂ ਕਰਨਾ, ਤਾਂ ਇਹ 'ਚ ਸਾਰੀ ਚੀਜ਼ ਇੰਪੋਰਟੈਂਟ ਆ ਜਾਂਦੀ ਹੈ। ਲਾਸਟਲੀ ਆਪਣੇ ਕੋਲ ਕਰੀਅਰਸ 'ਤੇ ਗੱਲ ਕਰਾਂਗੇ। ਕਰੀਅਰਸ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਪਹਿਲਾਂ ਕਿ ਇਹ ਕਾਫੀ ਇਨ ਡਿਮਾਂਡ ਕੋਰਸ ਹੈ। ਹਰੇਕ ਕਾਲਜ ਦੇ ਵਿੱਚ, ਹਰੇਕ ਕੰਪਨੀ ਦੇ ਵਿੱਚ, ਹਰੇਕ ਆਫਿਸ ਦੇ ਅੰਦਰ ਤੁਹਾਨੂੰ ਬੰਦੇ ਮਿਲਣਗੇ ਜਿਹੜੇ ਕਿ ਆਫਿਸ ਐਡਮਿਨਿਸਟ੍ਰੇਸ਼ਨ ਦੇ ਕੋਰਸ ਕਰਕੇ ਲੱਗੇ ਹੋਏ ਹੋਣਗੇ ਜੀ। ਐਂਡ ਔਨ ਐਨ ਐਵਰੇਜ 85% ਆਫ ਦ ਗ੍ਰੈਜੂਏਟਸ ਜਿਹੜੇ ਹੈਗੇ ਜੀ ਉਹ ਜੌਬਸ ਦੇ ਵਿੱਚ ਤੁਹਾਨੂੰ ਮਿਲਣਗੇ। ਵਿਹਲਾ ਕੋਈ ਨਹੀਂ ਮਿਲਦਾ, ਜਿਹਨੇ ਅੱਛੇ ਤਰੀਕੇ ਨਾਲ ਇਹ ਕੋਰਸ ਕਰ ਲਏ ਜੀ ਉਹਨਾਂ ਨੂੰ ਜੌਬ ਭੱਜ ਕੇ ਮਿਲੇਗੀ। ਤਾਂ ਅਪਲਾਈ ਕਰਨ ਦਾ ਪ੍ਰੋਸੈਸ ਤੁਹਾਨੂੰ ਪਤਾ ਹੀ ਹੈ ਜੀ, ਉਹੀ ਸਾਰਾ ਪੁਰਾਣਾ ਹੈ। ਤੁਸੀਂ ਔਨਲਾਈਨ ਨੰਬਰ 'ਤੇ ਕੋਂਟੈਕਟ ਕਰੋ ਜਾਂ ਇੱਥੇ ਆਪਣਾ ਇੰਟਰਨੈਸ਼ਨਲ ਐਪਲੀਕੈਂਟ ਦੇ ਵਿੱਚ ਜਾ ਕੇ ਇੱਥੇ ਅਪਲਾਈ ਕਰ ਸਕਦੇ ਹੋ। ਤੁਹਾਨੂੰ ਇੱਥੇ ਸਾਰਾ ਪ੍ਰੋਸੈਸ ਦਿੱਤਾ ਜਾਏਗਾ, ਰਿਕੁਆਇਰਮੈਂਟਸ ਕੰਪਲੀਟ ਕਰਨੀ ਹੈ। ਜਿਵੇਂ ਹੀ ਤੁਹਾਡੀਆਂ ਹੋ ਗਈਆਂ ਤੁਸੀਂ ਆਪਣਾ ਪ੍ਰੋਸੈਸ ਹੈ ਜੋ ਐਨਰੋਲਮੈਂਟ ਹੈ ਇਹਨੂੰ ਇਨੀਸ਼ੀਏਟ ਕਰ ਸਕਦੇ ਹੋ। ਥੈਂਕ ਯੂ ਜੀ, ਥੈਂਕ ਯੂ ਸਟੂਡੈਂਟਸ। ਐਂਡ ਇਹ ਜੋ ਆਪਣਾ ਅੱਜ ਦਾ ਵੀਡੀਓ ਹੈ ਇਹਨੇ ਆਪਣਾ ਜੋ ਮੇਨ ਮੋਟਿਵ ਸੀ ਇਹ ਕਲੀਅਰ ਕਰ ਦਿੱਤਾ। ਜੋ ਸਟੂਡੈਂਟਸ ਐਬਰੋਡ ਜਾਂਦੇ ਨੇ ਜੀ ਉਹ ਸਾਡੇ ਕੋਲੋਂ ਰੈਗੂਲਰਲੀ ਹੈਲਪ ਵੀ ਲੈਂਦੇ ਰਹਿੰਦੇ ਹੈ, ਜੋ ਕਿ ਸਾਡਾ ਮੇਨ ਕੰਮ ਹੈ ਸਟੂਡੈਂਟ ਨੂੰ ਹੈਲਪ ਕਰਨਾ, ਉਹਨਾਂ ਨੂੰ ਕੋਰਸਿਸ ਸਮਝਾਉਣ ਦੇ ਵਿੱਚ, ਉਹਨਾਂ ਨੂੰ ਜੋ ਉਹਨਾਂ ਦੀਆਂ ਅਸਾਈਨਮੈਂਟਸ ਬਣਾ ਰਹੇ ਹੈ ਜੀ ਉਹਨਾਂ ਦੇ ਵਿੱਚ ਹੈਲਪ ਕਰਨੀ, ਕਿੱਦਾਂ ਇਸ ਚੀਜ਼ ਨੂੰ ਸਮਝਣਾ, ਕਿੱਦਾਂ ਕਲੀਅਰ ਕਰਨਾ, ਕਿਹੜੇ ਸਬਜੈਕਟ ਦੇ ਉੱਤੇ ਜ਼ਿਆਦਾ ਧਿਆਨ ਦੇਣਾ, ਅਗਰ ਕੋਈ ਔਖਾ ਟੌਪਿਕ ਹੈ ਉਹਨੂੰ ਕਿੱਦਾਂ ਕਰੈਕ ਕਰਨਾ, ਕਿੱਦਾਂ ਉਹਨੂੰ ਸਮਝਣਾ। ਤਾਂ ਇਹ ਸਾਡਾ ਮੇਨ ਜੋ ਅੱਜ ਦਾ ਕੰਮ ਕੰਪਲੀਟ ਹੋ ਗਿਆ ਜੀ। And happy new year to all of you, and best of luck to all the students. Thank you ji.